A very good morning to all of you. And I am here with our new topic, with our today's topic that is Shaper Shaped, written by Harindranath Chattopadhyay. ਤੇ ਰਾਜੇ ਜਿਹੜੇ ਹਰਿੰਦਰਨਾਥ ਚਟੋਪਾਧਿਆਏ ਨੇ ਉਹ ਆਪਣੇ ਇੰਡੀਆ ਦੇ ਫੇਮਸ ਇੰਗਲਿਸ਼ ਰਾਈਟਰ ਨੇ। ਤਾਂ ਪੋਇਮ ਡਿਸਕਸ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਤੁਹਾਨੂੰ ਇੱਕ ਦੋ ਲਾਈਨਾਂ ਦੇ ਵਿੱਚ ਇਹਨਾਂ ਦੇ ਬਾਰੇ ਦੱਸ ਦਿੰਦੀ ਹਾਂ। ਤਾਂ ਹਰਿੰਦਰਨਾਥ ਚਟੋਪਾਧਿਆਏ ਰਾਜੇ ਜਿਹੜੇ ਰਾਈਟਰ ਨੇ ਉਹ ਮਤਲਬ ਵਰਸਟਾਈਲ ਜੀਨੀਅਸ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇੱਕ ਇਸ ਤਰ੍ਹਾਂ ਦੇ ਪਰਸਨ ਨੇ ਜਿਨ੍ਹਾਂ ਨੇ ਇੱਕ ਟਾਈਮ ਦੇ ਉੱਤੇ ਪੋਇਟਰੀ ਵੀ ਲਿਖੀ ਆ, ਡਰਾਮਾਜ਼ ਵੀ ਲਿਖੇ ਨੇ, ਐਕਟਰ ਵੀ ਰਹੇ ਨੇ, ਮਿਊਜ਼ੀਸ਼ੀਅਨ ਵੀ ਰਹੇ ਨੇ ਔਰ ਫਿਲੋਸਫਰ ਵੀ ਰਹੇ ਨੇ। ਔਰ ਇਹ ਜਿਹੜੀ ਪ੍ਰੈਜ਼ੈਂਟ ਪੋਇਮ ਆ ਰਾਜੇ ਇਹ ਉਹਨਾਂ ਦੀ ਫਿਲੋਸਫੀ ਨੂੰ ਹੀ ਡਿਸਕਸ ਕਰਦੀ ਆ। ਤਾਂ ਜਿਵੇਂ ਆਪਣੀ ਜਿਹੜੀ ਇੰਡੀਅਨ ਫਿਲੋਸਫੀ ਆ ਉਸ ਚੀਜ਼ ਬਾਰੇ ਜਾਂ ਉਹਦੇ ਬਾਰੇ ਆਪਾਂ ਨੂੰ ਇਸ ਪੋਇਮ ਦੇ ਵਿੱਚ ਦੇਖਣ ਨੂੰ ਮਿਲੇਗਾ। ਤਾਂ ਚਲੋ ਜ਼ਿਆਦਾ ਟਾਈਮ ਨਹੀਂ ਵੇਸਟ ਕਰਦੇ, ਆਪਾਂ ਡਾਇਰੈਕਟ ਪੋਇਮ ਸਟਾਰਟ ਕਰਦੇ ਹਾਂ। In days gone by, I used to be a potter who would feel his finger mold the yielding clay to pattern on his wheel। ਤਾਂ ਰਾਈਟਰ ਕੀ ਬੋਲਦਾ ਕਿ ਮੈਂ ਆਪਣੇ ਅੱਜ ਤੋਂ ਪੁਰਾਣੇ ਟਾਈਮ ਦੇ ਵਿੱਚ ਮਤਲਬ ਇੱਕ ਟਾਈਮ ਇਸ ਤਰ੍ਹਾਂ ਦਾ ਸੀ ਜਦੋਂ ਮੈਂ ਬਹੁਤ ਜ਼ਿਆਦਾ ਸੈਲਫ ਓਬਸੈਸਡ ਸੀ। ਮਤਲਬ ਆ ਹੁੰਦਾ ਨਾ ਵੀ ਬੰਦੇ ਵਿੱਚ ਇੱਕ ਮੈਂ ਵਾਲੀ ਗੱਲ ਹੁੰਦੀ ਹੈ, ਦੈਟ ਆਈ ਮੀ ਮਾਈ ਸੈਲਫ, ਕਿ ਆਪਾਂ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰਦੇ ਹਾਂ ਆਪਣੇ ਆਪ 'ਤੇ। ਅਤੇ ਕਹਿੰਦੇ ਇੱਕ ਟਾਈਮ ਸੀ ਜਦੋਂ ਮੈਂ ਵੀ ਕਿਵੇਂ ਦਾ ਪਰਸਨ ਹੋਇਆ ਕਰਦਾ ਸੀ ਕਿ ਸੈਲਫ ਓਬਸੈਸਿਵ ਹੋਣਾ ਵਿਦ ਹਿਮਸੈਲਫ, ਵਿਦ ਮਾਈ ਸੈਲਫ, ਵਿਦ ਮੀ, ਹੈ ਨਾ। ਇਹਨਾਂ ਚੀਜ਼ਾਂ ਦੇ ਵਿੱਚ ਜਦੋਂ ਆਪਾਂ ਉਲਝ ਜਾਂਦੇ ਹਾਂ ਵੀ ਸਿਰਫ ਮੈਂ ਹੀ ਮੈਂ ਹਾਂ। ਤਾਂ ਕਹਿੰਦੇ ਉਸ ਟਾਈਮ 'ਤੇ ਮੈਨੂੰ ਫੀਲ ਹੁੰਦਾ ਸੀ ਵੀ ਮੈਂ ਬਹੁਤ ਬੜਾ ਪੋਟਰ ਹਾਂ, ਬਹੁਤ ਬੜਾ ਘੁਮਿਆਰ ਹਾਂ, ਬਹੁਤ ਬੜਾ ਭਾਂਡੇ ਬਣਾਉਣ ਵਾਲਾ, ਬਰਤਨ ਬਣਾਉਣ ਵਾਲਾ। ਤਾਂ ਕਹਿੰਦੇ ਵੀ ਅਤੇ ਜਿਹਦੀਆਂ ਉਂਗਲਾਂ ਮਿੱਟੀ ਦੇ ਵਿੱਚ ਇਸ ਅਕੋਰਡਿੰਗ ਘੁੰਮਦੀਆਂ ਨੇ ਵੀ ਉਹ ਇੱਕ ਬਰਤਨ ਨੂੰ ਇੱਕ ਪ੍ਰੋਪਰ ਸ਼ੇਪ ਦੇ ਦਿੰਦੀਆਂ ਨੇ। ਹਿਸ ਫਿੰਗਰ ਮੋਲਡ ਦਾ ਯੀਲਡਿੰਗ ਕਲੇ ਟੂ ਪੈਟਰਨਸ ਔਨ ਹਿਸ ਵੀਲ, ਬਟ ਨਾਓ through wisdom lately won that pride has gone। ਪਰ ਕਹਿੰਦਾ ਕੀ ਹੋਇਆ, that pride has gone away। ਪਰ ਕਹਿੰਦਾ ਬੇਸ਼ੱਕ ਮੈਨੂੰ ਉਹ ਜਿਹੜੀ ਨੌਲੇਜ ਹੈ ਉਹ ਬਹੁਤ ਲੇਟ ਮਿਲੀ ਆ। ਕਿਹੜੀ ਨੌਲੇਜ ਰਾਜੇ? ਰੂਹਾਨੀ ਨੌਲੇਜ, ਜਿਹਨੂੰ ਆਪਾਂ ਬੋਲਦੇ ਹਾਂ ਸਪਿਰਿਚੁਅਲ ਨੌਲੇਜ, ਠੀਕ ਹੈ। ਉਹ ਨੌਲੇਜ ਜਿਹੜੀ ਪਰਮਾਤਮਾ ਦੀ ਤਰਫ ਤੋਂ ਮਿਲਦੀ ਆ, ਉਹ ਨੌਲੇਜ ਬੇਸ਼ੱਕ ਮੈਨੂੰ ਲੇਟ ਮਿਲੀ ਆ, ਪਰ ਉਹ ਨੌਲੇਜ ਮਿਲਣ ਦੇ ਨਾਲ ਮੇਰੇ ਅੰਦਰ ਜੋ ਵੀ ਪ੍ਰਾਊਡ ਸੀ, ਮੇਰਾ ਜੋ ਵੀ ਮੇਰੇ ਅੰਦਰ ਆਈ ਮੀ ਅਤੇ ਮਾਈ ਸੈਲਫ ਵਾਲੀ ਭਾਵਨਾ ਸੀ ਉਹ ਕੀ ਹੋ ਗਈ, ਖਤਮ ਹੋ ਗਈ, ਦੂਰ ਹੋ ਗਈ। ਅਤੇ ਹੁਣ ਮੈਂ ਕੀ ਬਣ ਚੁੱਕਿਆ, ਆਈ ਹੈਵ ਸੀਜ਼ਡ ਟੂ ਬੀ ਦਾ ਪੋਟਰ ਐਂਡ ਆਈ ਹੈਵ ਲਰਨਡ ਟੂ ਬੀ ਦਾ ਕਲੇ। ਤਾਂ ਕਹਿੰਦੇ ਹੁਣ ਮੈਂ ਕੀ ਹਾਂ, ਹੁਣ ਮੈਂ ਸਿਰਫ ਇੱਕ ਪੋਟਰ ਹਾਂ। ਆਪਣੇ ਆਪ ਨੂੰ ਜਿਹੜਾ ਕਿਸੇ ਟਾਈਮ ਦੇ ਵਿੱਚ ਪੋਟਰ ਸਮਝਦਾ ਸੀ, ਘੁਮਿਆਰ ਸਮਝਦਾ ਸੀ, ਬਰਤਨ ਬਣਾਉਣ ਵਾਲਾ ਸਮਝਦਾ ਸੀ, ਕ੍ਰੀਏਟਰ ਸਮਝਦਾ ਸੀ, ਹੁਣ ਮੈਂ ਇੱਕ ਪੋਟਰ ਨਾ ਰਹਿ ਕੇ ਆਪਣੇ ਆਪ ਨੂੰ ਮਿੱਟੀ ਸਮਝ ਰਿਹਾ। ਮਿੱਟੀ ਮੀਨਸ ਜਿਸ ਤਰ੍ਹਾਂ ਇੱਕ ਕਿਉਂਕਿ ਰਾਜੇ ਰਾਈਟਰ ਦਾ ਇੱਥੇ ਇਹ ਮੰਨਣਾ ਹੈ ਵੀ ਇੱਕ ਆਪਾਂ ਆਪਣੇ ਆਪ ਨੂੰ ਕ੍ਰੀਏਟਰ ਨਹੀਂ ਕਹਿ ਸਕਦੇ, ਕਿਉਂਕਿ ਕ੍ਰੀਏਟਰ ਕੌਣ ਆ? ਸਭ ਤੋਂ ਬੜਾ ਕ੍ਰੀਏਟਰ ਉਹ ਆ ਜਿਹਨੇ ਜਿਉਂਦੇ ਜਾਗਦੇ ਇਨਸਾਨ ਬਣਾਏ ਨੇ, ਜਿਹਨੇ ਚੱਲਦੇ ਫਿਰਦੇ ਜਾਨ ਬਣਾਏ ਨੇ। ਮਤਲਬ ਰੂਹ ਫੂਕ ਦੇਣੀ ਨਾ, ਮਤਲਬ ਰੂਹ ਪਾ ਦੇਣੀ ਕਿਸੇ ਚੀਜ਼ ਦੇ ਵਿੱਚ। ਤਾਂ ਕਹਿੰਦੇ ਵੀ ਮੈਂ ਬੇਸ਼ੱਕ ਚੀਜ਼ਾਂ ਬਣਾਈਆਂ ਨੇ, ਪਰ ਮੇਰੀਆਂ ਚੀਜ਼ਾਂ ਬਣਾਈਆਂ ਕੀ ਨੇ? ਬੇਜਾਨ ਨੇ, ਉਹਨਾਂ ਵਿੱਚ ਜਿੰਦ ਜਾਨ ਨਹੀਂ। ਤਾਂ ਮੈਂ ਆਪਣੇ ਆਪ ਨੂੰ ਕਿਸ ਚੀਜ਼ 'ਤੇ ਪ੍ਰਾਊਡ ਫੀਲ ਕਰਦਾ? ਤਾਂ ਕਹਿੰਦੇ ਹੁਣ ਮੈਨੂੰ ਉਹ ਨੌਲੇਜ ਮਿਲੀ ਆ, ਰੂਹਾਨੀ ਨੌਲੇਜ ਮਿਲੀ ਆ, ਇੱਕ ਸਪਿਰਿਚੁਅਲ ਨੌਲੇਜ ਮਿਲੀ ਆ। ਉਸ ਨੌਲੇਜ ਦੇ ਮਿਲਣ ਦੇ ਨਾਲ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਮੈਂ ਕੋਈ ਪੋਟਰ ਨਹੀਂ ਆ, ਮੈਂ ਕੋਈ ਕ੍ਰੀਏਟਰ ਨਹੀਂ ਆ, ਮੈਂ ਕੋਈ ਬਹੁਤ ਬੜਾ ਮੇਰੇ ਅੰਦਰ ਜ਼ਿਆਦਾ ਐਬਿਲਿਟੀਜ਼ ਨਹੀਂ ਆ, ਬਲਕਿ ਮੈਂ ਕੀ ਹਾਂ, ਮੈਂ ਤਾਂ ਸਿਰਫ ਇੱਕ ਕਲੇ ਆ ਜਿਹਨੂੰ ਖੁਦ ਪਰਮਾਤਮਾ ਨੇ ਬਣਾਇਆ, ਠੀਕ ਹੈ। ਖੁਦ ਪਰਮਾਤਮਾ ਨੇ ਬਣਾਇਆ ਗਾ। ਇਨ ਅਦਰ ਡੇਜ਼ ਆਈ ਯੂਜ਼ਡ ਟੂ ਬੀ ਅ ਪੋਇਟ ਥਰੂ ਹੂਜ਼ ਪੈਨ ਇਨਨਮਰੇਬਲ ਸੌਂਗਸ ਵੁੱਡ ਕਮ ਟੂ ਵਿਨ ਦਾ ਹਾਰਟਸ ਆਫ ਮੈਨ। ਕਹਿੰਦੇ ਇਸੇ ਤਰੀਕੇ ਨਾਲ ਇੱਕ ਟਾਈਮ ਇਸ ਤਰ੍ਹਾਂ ਦਾ ਵੀ ਸੀ ਵੀ ਜਦੋਂ ਮੈਨੂੰ ਲੱਗਦਾ ਸੀ ਵੀ ਮੈਂ ਬਹੁਤ ਬੜਾ ਪੋਇਟ ਹੈ, ਰਾਈਟਰ ਆ, ਵੀ ਮੇਰੇ ਪੈਨ ਦੇ ਵਿੱਚੋਂ ਹਰ ਗੀਤ ਜੋ ਨਿਕਲਦਾ ਉਹ ਕੀ ਹੋ ਜਾਂਦਾ, ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ। ਮਤਲਬ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦਾ, ਲੋਕ ਮੇਰੇ ਗੀਤਾਂ ਨੂੰ ਪਿਆਰ ਕਰਦੇ ਨੇ। ਮੈਨੂੰ ਲੱਗਦਾ ਸੀ ਵੀ ਮੈਂ ਬਹੁਤ ਬੜਾ ਪੋਇਟ ਹਾਂ। ਬਟ ਨਾਓ ਥਰੂ ਨਿਊ ਗੋਟ ਨੌਲੇਜ ਵਿਚ ਆਈ ਹੈਡ ਨਾਟ ਹੈਡ ਸੋ ਲੌਂਗ, ਆਈ ਹੈਵ ਸੀਜ਼ ਟੂ ਬੀ ਦਾ ਪੋਇਟ ਐਂਡ ਆਈ ਹੈਵ ਲਰਨ ਟੂ ਬੀ ਦਾ ਸੌਂਗ। ਕਹਿੰਦਾ ਉਸ ਟਾਈਮ ਦੇ ਵਿੱਚ ਬੇਸ਼ੱਕ ਮੈਨੂੰ ਇਹ ਸਾਰੀਆਂ ਚੀਜ਼ਾਂ ਲੱਗੀਆਂ ਵੀ ਮੈਂ ਬਹੁਤ ਬੜਾ ਪੋਇਟ ਹੈ, ਪਰ ਕਹਿੰਦੇ ਹੁਣ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋ ਗਿਆ ਵੀ ਮੈਂ ਕੀ ਹਾਂ। ਮੈਨੂੰ ਉਸ ਨੌਲੇਜ ਦੇ ਨਾਲ, ਜਿਹੜੀ ਨੌਲੇਜ ਮੈਨੂੰ ਕੀ ਆ, ਨਿਊ ਗੋਟ ਨੌਲੇਜ ਹੈ, ਮਤਲਬ ਹੁਣੇ ਜਿਹੜੀ ਮੈਨੂੰ ਨੌਲੇਜ ਮਿਲੀ ਹੈ, ਰੂਹਾਨੀ ਨੌਲੇਜ ਮਿਲੀ ਹੈ, ਪਰਮਾਤਮਾ ਤੋਂ ਨੌਲੇਜ ਮਿਲੀ ਆ, ਉਹ ਤੋਂ ਮੈਨੂੰ ਕਿਸ ਚੀਜ਼ ਦਾ ਅਹਿਸਾਸ ਹੋਇਆ, ਵਿਚ ਆਈ ਹੈਡ ਨਾਟ ਹੈਡ ਸੋ ਲੌਂਗ, ਆਈ ਹੈਵ ਸੀਜ਼ ਟੂ ਬੀ ਦਾ ਪੋਇਟ ਐਂਡ ਹੈਵ ਲਰਨ ਟੂ ਬੀ ਦਾ ਸੌਂਗ। ਤਾਂ ਕਹਿੰਦੇ ਹੁਣ ਉਸ ਪੋਇਮ ਨੂੰ ਮੈਨੂੰ ਉਸ ਨੌਲੇਜ ਨੂੰ ਮਿਲਣ ਤੋਂ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਮੈਂ ਕੋਈ ਬਹੁਤਾ ਵੱਡਾ, ਕੋਈ ਬਹੁਤ ਬੜਾ ਪੋਇਟ ਨਹੀਂ, ਕੋਈ ਬਹੁਤ ਬੜਾ ਰਾਈਟਰ ਨਹੀਂ ਹਾਂ, ਬਲਕਿ ਮੈਂ ਤਾਂ ਖੁਦ ਇੱਕ ਉਹ ਸੌਂਗ ਆ ਜੋ ਪਰਮਾਤਮਾ ਦੇ ਥਰੂ ਜਾਂ ਪਰਮਾਤਮਾ ਨੇ ਜਿਹਨੂੰ ਗਾਇਆ ਹੈ। ਮਤਲਬ ਹੁੰਦਾ ਨਾ ਵੀ ਜਦੋਂ ਬੰਦੇ ਨੂੰ ਬਹੁਤ ਜ਼ਿਆਦਾ ਘਮੰਡ ਹੁੰਦਾ ਜਾਂ ਪ੍ਰਾਊਡ ਹੁੰਦਾ, ਜਿਵੇਂ ਹੁਣ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਮਾਡਰਨ ਟਾਈਮ ਐਵੇਂ ਦਾ ਵੀ ਹਰ ਪਰਸਨ ਨੂੰ ਆਪਣੇ ਆਪ 'ਤੇ ਪ੍ਰਾਊਡ ਫੀਲ ਹੁੰਦਾ ਵੀ ਮੇਰੇ ਵਿੱਚ ਆਹ ਐਬਿਲਿਟੀ ਹੈ, ਮੇਰੇ ਵਿੱਚ ਆਹ ਐਬਿਲਿਟੀ ਹੈ, ਮੈਂ ਆਹ ਕਰ ਸਕਦਾ, ਆਹ ਕਰ ਸਕਦਾ। ਤਾਂ ਰਾਈਟਰ ਕਹਿੰਦਾ ਵੀ ਉਦੋਂ ਮੇਰੀ ਵੀ ਇਹੀ ਹਾਲਤ ਸੀ
ਮੈਨੂੰ ਵੀ ਐਂ ਲੱਗਦਾ ਸੀ ਵੀ ਮੈਂ ਕੀ ਆ, ਵੀ ਮੈਂ ਬਹੁਤ ਹੀ ਜ਼ਿਆਦਾ ਪ੍ਰਾਊਡ ਆ। ਆਪਣੇ ਆਪ ਨੂੰ ਤਾਂ ਪ੍ਰਾਊਡ ਕਦੇ ਵੀ ਨਹੀਂ ਕੋਈ ਵੀ ਕਹਿੰਦਾ, ਪਰ ਫਿਰ ਵੀ ਉਹਦੇ ਐਕਸ਼ਨ ਤੋਂ ਦੂਜਿਆਂ ਨੂੰ ਪਤਾ ਲੱਗ ਜਾਂਦਾ। ਤਾਂ ਸੈਲਫ ਅਬਸੈਸਡ ਸੀ, ਐਰੋਗੈਂਟ ਸੀ। ਤਾਂ ਕਹਿੰਦੇ ਪਰ ਜਦੋਂ ਦੀ ਮੈਨੂੰ ਨਵੀਂ ਨੌਲੇਜ ਮਿਲੀ ਆ, ਹੁਣ ਮੈਨੇ ਕਿਸ ਗੱਲ ਦੀ ਰੀਅਲਾਈਜ਼ੇਸ਼ਨ ਕਰ ਲਈ, ਹੁਣ ਮੈਨੂੰ ਬਣਾ ਸਕਦਾ। ਆਈ ਵਾਜ਼ ਅ ਫੈਸ਼ਨਰ ਆਫ ਸਵੋਰਡਸ ਇਨ ਡੇਜ਼ ਦੈਟ ਨਾਓ ਆਰ ਗੋਨ। ਤੇ ਉਹ ਦਿਨਾਂ ਦੇ ਵਿੱਚ ਜਿਹੜੇ ਦਿਨ ਹੁਣ ਬੀਤ ਚੁੱਕੇ ਨੇ, ਬੰਦੇ ਨੂੰ ਹੁੰਦਾ ਨਾ ਵੀ ਆਪਣੀ ਤਾਕਤ ਦਾ, ਕਿਸੇ ਨੂੰ ਆਪਣੀ ਤਾਕਤ ਦਾ ਘਮੰਡ ਹੈ, ਕਿਸੇ ਨੂੰ ਆਪਣੀ ਖੂਬਸੂਰਤੀ ਦਾ ਘਮੰਡ ਹੈ, ਕਿਸੇ ਨੂੰ ਆਪਣੇ ਪੈਸੇ ਦਾ ਘਮੰਡ ਹੈ। ਤਾਂ ਕਹਿੰਦੇ ਉਸ ਟਾਈਮ ਦੇ ਵਿੱਚ ਮੇਰੇ ਅੰਦਰ ਕਿਸ ਚੀਜ਼ ਦਾ ਘਮੰਡ ਸੀ, ਵੀ ਮੈਂ ਬਹੁਤ ਬੜਾ ਤਲਵਾਰ ਮੇਕਰ ਹਾਂ, ਸਵੋਰਡ ਮੇਕਰ ਹਾਂ। ਮੈਂ ਮਤਲਬ ਬਹੁਤ ਵਧੀਆ ਵਧੀਆ ਤਲਵਾਰਾਂ ਬਣਾ ਸਕਦਾ। ਲੋਕ ਮੇਰੀ ਤਲਵਾਰਾਂ ਤੋਂ, ਮੇਰੀ ਤਾਕਤ ਤੋਂ ਡਰਦੇ ਆ, ਮਤਲਬ ਇੰਨਾ ਡਰਦੇ ਆ ਵੀ ਲੋਕ ਦਬ ਜਾਂਦੇ ਆ। ਇਨ ਡੇਜ਼ ਦੈਟ ਨਾਓ ਆਰ ਗੋਨ, ਪਰ ਉਹ ਦਿਨ ਹੁਣ ਜਾ ਚੁੱਕੇ ਨੇ। ਵਿਚ ਔਨ 100 battlefields glittered and gleamed and shone। ਤੇ ਮੈਂ ਇਸ ਤਰ੍ਹਾਂ ਦੀ ਤਲਵਾਰਾਂ ਬਣਾਈਆਂ ਨੇ ਵੀ ਜਿਹਨੂੰ ਦੇਖ ਕੇ ਬੈਟਲਫੀਲਡ ਦੇ ਵਿੱਚ, ਠੀਕ ਹੈ, ਯੁੱਧ ਦੇ ਮੈਦਾਨ ਦੇ ਵਿੱਚ, ਲੜਾਈ ਦੇ ਮੈਦਾਨ ਦੇ ਵਿੱਚ ਲੋਕ ਜਾਂ ਦੁਸ਼ਮਣ ਕੀ ਨੇ, ਡਰ ਜਾਂਦੇ ਸੀ ਉਹ ਤਲਵਾਰਾਂ ਨੂੰ ਦੇਖ ਕੇ। ਕਿਉਂਕਿ ਉਹ ਤਲਵਾਰਾਂ ਕੀ ਸੀ, ਬਹੁਤ ਜ਼ਿਆਦਾ ਸ਼ਾਈਨ ਕਰਦੀਆਂ ਸੀ, ਗਲਿਟਰ ਕਰਦੀਆਂ ਸੀ, ਔਰ ਦੂਰੋਂ ਹੀ ਉਹਨਾਂ ਦੀ ਚਮਕ ਇੰਨੀ ਤੇਜ਼ ਪੈਂਦੀ ਸੀ ਵੀ ਸਾਹਮਣੇ ਵਾਲਾ ਜਿਹੜਾ ਦੁਸ਼ਮਣ ਹੈ ਉਹ ਉਹਨਾਂ ਨੂੰ ਦੇਖ ਕੇ ਹੀ ਡਰ ਜਾਂਦਾ ਸੀ। ਤੇ ਮੈਨੂੰ ਇਸ ਚੀਜ਼ ਤੇ ਬਹੁਤ ਪ੍ਰਾਊਡ ਫੀਲ ਹੁੰਦਾ ਸੀ ਵੀ ਮੈਂ ਇੰਨੀਆਂ ਵਧੀਆ ਵਧੀਆ ਤਲਵਾਰਾਂ ਜਿਹੜੀਆਂ ਨੇ ਉਹ ਬਣਾਈਆਂ ਨੇ। ਬਟ ਨਾਓ ਆਈ ਐਮ ਬ੍ਰਿਮਿੰਗ ਵਿਦ ਦ ਸਾਇਲੈਂਸ ਆਫ ਦ ਲਾਰਡ। ਪਰ ਕਹਿੰਦਾ ਹੁਣ ਜਦੋਂ ਮੈਨੂੰ ਰੂਹਾਨੀ ਨੌਲੇਜ ਮਿਲ ਚੁੱਕੀ ਹੈ, ਜਦੋਂ ਮੈਂ ਆਪਣੀ ਲਾਈਫ ਦੇ ਵਿੱਚ ਇਸ ਪੜਾਅ ਤੇ ਪਹੁੰਚ ਚੁੱਕੀ ਹਾਂ ਵੀ ਮੈਨੂੰ ਇੱਕ ਸੈਟਿਸਫੈਕਸ਼ਨ ਮਿਲ ਚੁੱਕੀ ਹੈ। ਸੈਟਿਸਫੈਕਸ਼ਨ, ਵੈਸੇ ਤਾਂ ਬੰਦਾ ਕਦੇ ਵੀ ਸੈਟਿਸਫਾਈਡ ਨਹੀਂ ਹੁੰਦਾ, ਉਹਨੂੰ ਕੁਛ ਨਾ ਕੁਛ ਚਾਹੀਦਾ। ਪਰ ਜਦੋਂ ਬੰਦਾ ਸੈਟਿਸਫਾਈਡ ਹੋ ਗਿਆ ਤਾਂ ਇਟ ਮੀਨਸ ਉਹਨੇ ਇੱਕ ਲੈਵਲ ਪਾਰ ਕਰ ਲਿਆ, ਉਹ ਇੱਕ ਅਲੱਗ ਹੀ ਦੁਨੀਆ ਵਿੱਚ ਪਹੁੰਚ ਗਿਆ। ਤਾਂ ਰਾਈਟਰ ਕਹਿੰਦਾ ਵੀ ਮੈਂ ਹੁਣ ਉਸ ਲੈਵਲ ਦੇ ਉੱਤੇ ਹਾਂ ਵੀ ਮੈਨੂੰ ਨੌਲੇਜ ਮਿਲ ਚੁੱਕੀ ਆ ਕਿ ਇੱਥੇ ਪਾਵਰ ਦਾ ਘਮੰਡ ਕਰਨਾ ਜਾਂ ਪੈਸੇ ਦਾ ਘਮੰਡ ਕਰਨਾ ਜਾਂ ਕਿਸੇ ਵੀ ਚੀਜ਼ ਦਾ, ਆਪਣੀ ਬਿਊਟੀ ਦਾ ਜਾਂ ਆਪਣੀ ਕ੍ਰੀਏਸ਼ਨ ਦਾ, ਵੀ ਮੈਂ ਬਹੁਤ ਬੜਾ ਕ੍ਰੀਏਟਰ ਹਾਂ, ਤਾਂ ਇਹ ਚੀਜ਼ ਕੀ ਹੈ, ਮਾੜੀ ਹੈ। ਤੇ ਉਹ ਕਹਿੰਦਾ ਵੀ ਹੁਣ ਮੈਨੂੰ ਇੱਕ ਸਾਇਲੈਂਸ ਮਿਲ ਚੁੱਕੀ ਆ। ਸਾਇਲੈਂਸ ਮੀਨਸ ਮੇਰੇ ਮੂੰਹ ਦੇ ਉੱਤੇ ਇੱਕ ਚੁੱਪ ਆ ਚੁੱਕੀ ਆ। ਆਈ ਹੈਵ ਸੀਜ਼ਡ ਟੂ ਬੀ ਦਾ ਸਵੋਰਡ ਮੇਕਰ ਐਂਡ ਹੈਵ ਲਰਨ ਟੂ ਬੀ ਦਾ ਸਵੋਰਡ। ਇੱਕ ਟਾਈਮ ਸੀ ਜਦੋਂ ਮੈਂ ਆਪਣੇ ਆਪ ਨੂੰ ਬਹੁਤ ਬੜਾ ਸਵੋਰਡ ਮੇਕਰ ਸਮਝਦਾ ਸੀ, ਬਹੁਤ ਬੜਾ ਇੱਕ ਹਥਿਆਰ ਬਣਾਉਣ ਵਾਲਾ, ਇੱਕ ਤਲਵਾਰਾਂ ਬਣਾਉਣ ਵਾਲਾ ਸਮਝਦਾ ਸੀ। ਮੈਨੂੰ ਐਂ ਲੱਗਦਾ ਸੀ ਵੀ ਮੇਰੀ ਸਿਰਫ ਇੱਕ ਤਲਵਾਰ ਦੇ ਨਾਲ ਦੁਸ਼ਮਣ ਮਰ ਜਾਣਗੇ। ਪਰ ਹੁਣ ਮੈਂ ਕੀ ਸਿੱਖਿਆ, ਹੁਣ ਮੈਂ ਇਹ ਸਿੱਖਿਆ ਕਿ ਮੈਂ ਤਲਵਾਰ ਬਣਾਉਣ ਵਾਲਾ ਨਹੀਂ, ਮੈਂ ਤਾਂ ਇੱਕ ਖੁਦ ਛੋਟੀ ਜਿਹੀ ਚੱਲਦੀ ਫਿਰਦੀ ਤਲਵਾਰ ਆ। ਠੀਕ ਹੈ, ਆਈ ਹੈਵ ਲਰਨ ਟੂ ਬੀ ਦਾ ਸਵੋਰਡ। ਮੈਂ ਇਹ ਸਿੱਖਿਆ ਵੀ ਮੈਂ ਇੱਕ ਤਲਵਾਰ ਬਣਾ ਜਿਹਦੇ ਨਾਲ ਦੁਸ਼ਮਣ ਡਰਨ, ਕਿਉਂਕਿ ਦੁਸ਼ਮਣ ਤਲਵਾਰ ਤੋਂ ਡਰਦੇ ਆ, ਦੁਸ਼ਮਣ ਤਲਵਾਰ ਬਣਾਉਣ ਵਾਲੇ ਤੋਂ ਨਹੀਂ ਡਰਦੇ। ਠੀਕ ਹੈ, ਤਲਵਾਰ ਦੀ ਧਾਰ ਤੋਂ ਡਰਦੇ ਆ, ਤਲਵਾਰ ਬਣਾਉਣ ਵਾਲੇ ਤੋਂ ਨਹੀਂ ਡਰਦੇ, ਕਿਉਂਕਿ ਬਣਾਉਣ ਵਾਲੇ ਨੂੰ ਵੀ ਉਸ ਤਲਵਾਰ ਨਾਲ ਖਤਮ ਕੀਤਾ ਜਾ ਸਕਦਾ। In bygone days I used to be a dreamer who would hurl on every side an insolence of emerald and pearl। ਤਾਂ ਰਾਈਟਰ ਕਹਿੰਦਾ ਵੀ ਇੱਕ ਟਾਈਮ ਇਸ ਤਰ੍ਹਾਂ ਦਾ ਸੀ ਵੀ ਮੈਂ ਇੱਕ ਡੇ ਡਰੀਮਰ, ਠੀਕ ਹੈ, ਡੇ ਡਰੀਮਰ ਮੀਨ ਜਿਹੜਾ ਦਿਨੇ ਰਾਤ ਸੁਪਨੇ ਦੇਖੀ ਜਾਣਾ ਵੀ ਮੇਰੇ ਕੋਲ ਆ ਵੀ ਹੋਵੇ, ਆ ਵੀ ਹੋਵੇ, ਜਿਹਦੇ ਸੁਪਨੇ ਕਦੇ ਖਤਮ ਨਾ ਹੋਣ। ਮਤਲਬ ਕੋਈ ਲਿਮਟ ਨਾ ਹੋਵੇ ਸੁਪਨਿਆਂ ਦੀ, ਕੋਈ ਕਹਿ ਲਓ ਵੀ ਕੋਈ ਹੈ ਹੀ ਨਹੀਂ, ਕੋਈ ਬੰਦਿਸ਼, ਕੋਈ ਰੁਕਾਵਟ, ਕੋਈ ਹਿੰਡਰੈਂਸ, ਕੁਛ ਵੀ ਨਹੀਂ ਹੈ। ਕਹਿੰਦਾ ਮੈਂ ਸੁਪਨੇ ਦੇਖਿਆ ਕਰਦਾ ਸੀ, ਡੇ ਡਰੀਮਰ ਸੀ। ਬਟ ਨਾਓ ਆਈ ਐਮ ਨੀਲਿੰਗ ਐਟ ਦ ਫੀਟ of the supreme। I have ceased to be the dreamer and I have learned to be the dream। ਤਾਂ ਕਹਿੰਦੇ ਵੀ ਹੁਣ ਮੈਂ ਕੀ ਹੋ ਗਿਆ, ਹੁਣ ਮੈਂ ਆਪਣੇ ਸੁਪਰੀਮ ਦੇ ਅੱਗੇ ਆਪਣੇ ਪੈਰ ਝੁਕਾ ਕੇ ਬੈਠਾ, ਆਪਣੇ ਗੋਡੇ ਝੁਕਾ ਕੇ ਉਹਦੇ ਸਾਹਮਣੇ ਆਪਣਾ ਸਜਦਾ ਕਰ ਰਿਹਾ, ਜਾਂ ਕਹਿ ਲਓ ਵੀ ਉਹਦੇ ਸਾਹਮਣੇ ਮੈਂ ਆਪਣਾ ਸਿਰ ਝੁਕਾ ਰਿਹਾ। ਕਿਉਂਕਿ ਮੈਂ ਹੁਣ ਇਹ ਚੀਜ਼ ਸਿੱਖ ਚੁੱਕਿਆ, ਸਮਝ ਚੁੱਕਿਆ ਵੀ ਮੈਂ ਕੋਈ ਡੇ ਡਰੀਮਰ ਜਾਂ ਕਹਿ ਲਓ ਵੀ ਮੇਰੇ ਸੁਪਨੇ ਇਹ ਨਹੀਂ ਹੈਗਾ ਵੀ ਮੈਂ ਖੁਦ ਪੂਰੇ ਕਰ ਰਿਹਾ। ਮੇਰੇ ਸੁਪਨੇ ਪੂਰੇ ਕਰਨ ਵਾਲਾ ਕੌਣ ਆ, ਪਰਮਾਤਮਾ। ਕਹਿੰਦੇ ਇਸ ਕਰਕੇ ਮੈਂ ਹੁਣ ਆਪਣੇ ਆਪ ਨੂੰ ਕੀ ਕਰਤਾ ਰਾਜੇ, ਉਹਨੇ ਆਪਣੇ ਆਪ ਨੂੰ ਸਰੈਂਡਰ ਕਰਤਾ ਪਰਮਾਤਮਾ ਦੇ ਅੱਗੇ। ਸਰੈਂਡਰ ਕਰਨਾ ਮੀਨਸ ਜਦੋਂ ਆਪਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਈਏ। ਤਾਂ ਕਹਿੰਦੇ ਵੀ ਮੈਂ ਉਹਨਾਂ ਦੇ ਅੱਗੇ ਆਪਣੇ ਆਪ ਨੂੰ ਸਰੈਂਡਰ ਕਰਤਾ, ਮੈਂ ਆਪਣੇ ਗੋਡੇ ਝੁਕਾ ਕੇ ਉਹਨਾਂ ਦੇ ਸਾਹਮਣੇ ਬੈਠਾਂਗਾ ਔਰ ਕੀ ਕਰ ਰਿਹਾ ਗਾ, ਮਤਲਬ ਕਿਉਂਕਿ ਮੈਂ ਇਸ ਗੱਲ ਨੂੰ ਸਮਝ ਲਿਆ ਵੀ ਮੈਂ ਕੋਈ ਡੇ ਡਰੀਮਰ ਨਹੀਂ ਹੈ, ਮੇਰੇ ਡਰੀਮ ਨੂੰ ਪੂਰਾ ਕਰਨ ਵਾਲਾ ਕੌਣ ਆ, ਪਰਮਾਤਮਾ ਹੈ। ਤਾਂ ਇਹ ਤਾਂ ਸੀ ਆਪਣੀ ਪੋਇਮ। ਤੇ ਹੁਣ ਤੁਹਾਨੂੰ ਇਹਦੇ ਬਾਰੇ, ਚਲੋ ਵੈਸੇ ਤਾਂ ਮੈਂ ਆਪਾਂ ਡਿਸਕਸ ਕਰ ਹੀ ਲਿਆ ਗਾ ਇਸ ਪੋਇਮ ਨੂੰ। ਤਾਂ ਹੁਣ ਇਸ ਪੋਇਮ ਦੇ ਵਿੱਚ ਮੇਨਲੀ ਗੱਲ ਕੀ ਕਹੀ ਗਈ ਆ, ਠੀਕ ਹੈ, ਯਾਨੀ ਕਿ ਜਿਵੇਂ ਤੁਹਾਨੂੰ ਦੱਸਿਆ ਵੀ ਸੈਲਫ ਰੀਅਲਾਈਜ਼ੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ। ਸੈਲਫ ਰੀਅਲਾਈਜ਼ੇਸ਼ਨ ਕਿਵੇਂ ਆਉਂਦੀ ਹੈ, ਜਦੋਂ ਆਪਾਂ ਨੂੰ ਨੌਲੇਜ ਆਫ ਹਿਊਮਿਲਿਟੀ ਐਂਡ ਸਰੈਂਡਰ ਟੂ ਦਾ ਵਿਲ ਆਫ ਗੋਡ। ਜਦੋਂ ਆਪਾਂ ਨੂੰ ਹਿਊਮਿਲਿਟੀ ਦੀ ਨੌਲੇਜ ਆ ਜਾਂਦੀ ਹੈ, ਇਨਸਾਨੀਅਤ ਦੀ ਨੌਲੇਜ ਆ ਜਾਂਦੀ ਹੈ, ਰੂਹਾਨੀ ਨੌਲੇਜ ਆ ਜਾਂਦੀ ਹੈ, ਤੇ ਆਪਾਂ ਆਪਣੇ ਆਪ ਨੂੰ ਟੋਟਲੀ ਸਰੈਂਡਰ ਕਰ ਦਿੰਦੇ ਹਾਂ, ਸਰੈਂਡਰ ਟੂ ਦਾ ਵਿਲ ਆਫ ਗੋਡ, ਪਰਮਾਤਮਾ ਦੇ ਅੱਗੇ ਟੋਟਲੀ ਸਰੈਂਡਰ ਕਰ ਦੇਣਾ। ਤੇ ਰਾਜੇ ਸਭ ਤੋਂ ਬੜੀ ਖੁਸ਼ੀ ਰਾਜੇ ਉਦੋਂ ਹੀ ਮਿਲਦੀ ਹੈ, ਕਿਉਂਕਿ ਨੋਰਮਲੀ ਇਨਸਾਨ ਦਾ ਕਹਿ ਲਓ ਵੀ
ਈਗੋ ਸੈਟਿਸਫਾਈ ਕਦੇ ਹੁੰਦੀ ਨਹੀਂ, ਠੀਕ ਹੈ। ਇਨਸਾਨ ਦੀ ਜੋ ਇੱਛਾ ਉਹ ਕਦੇ ਖਤਮ ਨਹੀਂ ਹੁੰਦੀ। ਆਪਾਂ ਜਿੰਨਾ ਮਰਜ਼ੀ ਗੇਨ ਕਰ ਲਈਏ, ਆਪਣੇ ਅੰਦਰ ਹਮੇਸ਼ਾ ਇਹ ਚੀਜ਼ ਰਹਿੰਦੀ ਆ ਕਿ ਮੈਨੂੰ ਹੋਰ ਮਿਲ ਜਾਵੇ, ਹੋਰ ਮਿਲ ਜਾਵੇ। ਅਤੇ ਦੂਜੀ ਗੱਲ ਜੋ ਇੱਥੇ ਡਿਸਕਸ ਕਰਨ ਵਾਲੀ ਆ ਉਹ ਇਹ ਆ ਵੀ ਹਰ ਇਨਸਾਨ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਪ੍ਰਾਊਡ ਹੈ। ਕੋਈ ਆਪਣੇ ਪੈਸੇ ਨੂੰ ਲੈ ਕੇ ਪ੍ਰਾਊਡ ਫੀਲ ਕਰਦਾ, ਕੋਈ ਆਪਣੀ ਬਿਊਟੀ ਨੂੰ ਲੈ ਕੇ ਪ੍ਰਾਊਡ ਫੀਲ ਕਰਦਾ, ਕੋਈ ਆਪਣੀ ਤਾਕਤ ਨੂੰ ਲੈ ਕੇ ਪ੍ਰਾਊਡ ਫੀਲ ਕਰਦਾ, ਕੋਈ ਆਪਣੀ ਕ੍ਰੀਏਟੀਵਿਟੀ ਨੂੰ ਲੈ ਕੇ ਪ੍ਰਾਊਡ ਫੀਲ ਕਰਦਾ। ਅਤੇ ਸੇਮ ਉਹੀ ਚੀਜ਼ਾਂ ਇਸ ਪੋਇਮ ਦੇ ਵਿੱਚ ਡਿਸਕਸ ਕੀਤੀਆਂ ਗਈਆਂ ਨੇ। ਰਾਈਟਰ ਨੇ ਆਪਣੇ ਆਪ ਨੂੰ ਕੰਪੇਅਰ ਕੀਤਾ ਪੋਟਰ ਦੇ ਨਾਲ, ਠੀਕ ਹੈ। ਹੁਣ ਪੋਟਰ ਕੌਣ ਹੁੰਦਾ? ਘੁਮਿਆਰ, ਭਾਂਡੇ ਬਣਾਉਣ ਵਾਲਾ, ਬਰਤਨ ਬਣਾਉਣ ਵਾਲਾ। ਤਾਂ ਉਹ ਕਹਿੰਦਾ ਵੀ ਮੈਂ ਬਰਤਨ ਬਣਾਏ, ਮੇਰੇ ਬਰਤਨਾਂ ਦੀ ਇੰਨੀ ਜ਼ਿਆਦਾ ਖੂਬਸੂਰਤੀ ਆ ਵੀ ਲੋਕ ਇਹਨਾਂ ਨੂੰ ਦੂਰੋਂ ਦੂਰੋਂ ਖਰੀਦਣ ਆਉਂਦੇ ਆ। ਤੇਰਾ ਉਹ ਰਾਈਟਰ ਕਹਿੰਦਾ ਵੀ ਮੈਨੂੰ ਕਿਸੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਸੀ ਵੀ ਮੇਰੀ ਇੰਨੀ ਵਧੀਆ ਕ੍ਰੀਏਸ਼ਨ ਆ, ਮੇਰੇ ਬਰਾਬਰ ਦਾ ਕੋਈ ਨਹੀਂ, ਮੇਰੇ ਟੱਕਰ ਦਾ ਕੋਈ ਨਹੀਂ। ਪਰ ਜਦੋਂ ਮੈਨੂੰ ਨੌਲੇਜ ਮਿਲਣੀ ਸਟਾਰਟ ਹੋਈ ਰੱਬ ਦੀ, ਜਦੋਂ ਮੈਨੂੰ ਰੱਬ ਦੀ ਬਖਸ਼ਿਸ਼ ਮਿਲਣੀ ਸਟਾਰਟ ਹੋਈ, ਫਿਰ ਮੈਂ ਇਸ ਗੱਲ ਨੂੰ ਰਿਅਲਾਈਜ਼ ਕੀਤਾ ਵੀ ਮੈਂ ਤਾਂ ਜੋ ਚੀਜ਼ਾਂ ਬਣਾ ਰਿਹਾ ਬੇਜਾਨ ਨੇ। ਮੇਰੇ ਤੋਂ ਵੀ ਬੜਾ ਕ੍ਰੀਏਟਰ ਕੌਣ ਆ? ਉਹ ਕ੍ਰੀਏਟਰ ਜਿਹਨੇ ਮੈਨੂੰ ਬਣਾਇਆ, ਜਿਹਨੇ ਮੇਰੇ ਅੰਦਰ ਇੰਨਾ ਦਿਮਾਗ ਪਾਇਆ ਵੀ ਮੈਂ ਇਹਨਾਂ ਚੀਜ਼ਾਂ ਨੂੰ ਬਣਾ ਰਿਹਾ। ਅਤੇ ਉਹਦੇ ਬਣਾਈਆਂ ਗਈਆਂ ਚੀਜ਼ਾਂ ਕਿਵੇਂ ਨੇ? ਉਹਦੀਆਂ ਬਣਾਈਆਂ ਗਈਆਂ ਚੀਜ਼ਾਂ ਉਹ ਨੇ ਜਿਹਦੇ ਵਿੱਚ ਉਹਨੇ ਜਾਨ ਪਾਤੀ। ਇਨਸਾਨ ਬਣਾਤੇ, ਜਾਨਵਰ ਬਣਾਤੇ, ਜਾਂ ਕੁਛ ਵੀ ਬਣਾਇਆ ਉਹਨੇ ਹਰ ਇੱਕ ਚੀਜ਼ ਦੇ ਵਿੱਚ ਜਿੰਦ ਜਾਨ ਪਾਤੀ। ਜੇ ਆਪਾਂ ਦਰੱਖਤਾਂ ਨੂੰ ਵੀ ਦੇਖੀਏ ਤਾਂ ਦਰੱਖਤਾਂ ਦੀ ਕ੍ਰੀਏਸ਼ਨ ਵੀ ਆਪਾਂ ਨਹੀਂ ਕਰ ਸਕਦੇ, ਆਪਾਂ ਨਕਲ ਕਰ ਸਕਦੇ ਹਾਂ ਪਰ ਆਪਾਂ ਕ੍ਰੀਏਟ ਕੁਛ ਨਹੀਂ ਕਰ ਸਕਦੇ। ਅਤੇ ਦੂਜੇ ਸਟੈਂਜਾ ਦੇ ਵਿੱਚ ਉਹਨਾਂ ਨੇ ਕਿਸ ਚੀਜ਼ ਨਾਲ ਆਪਣੇ ਆਪ ਦਾ ਕੰਪੈਰੀਜ਼ਨ ਕੀਤਾ? ਦੂਜੇ ਸਟੈਂਜੇ ਦੇ ਵਿੱਚ ਉਹਨਾਂ ਨੇ ਕੰਪੈਰੀਜ਼ਨ ਕੀਤਾ ਫਿਰ ਪਹਿਲਾਂ ਪੋਟਰ ਅਤੇ ਕਲੇ ਦੇ ਨਾਲ। ਦੂਜਾ ਜਿਹੜਾ ਸੀਗਾ ਉਹ ਹੈਗਾ ਉਹਨਾਂ ਨੇ ਆਪਣੇ ਆਪ ਨੂੰ ਪੋਇਟ ਅਤੇ ਸੌਂਗ ਦੇ ਨਾਲ। ਪੋਇਟ ਅਤੇ ਸੌਂਗ ਮੀਨਸ ਪਹਿਲਾਂ ਕਹਿੰਦਾ ਉਹ ਮੰਨਦਾ ਵੀ ਮੈਂ ਬਹੁਤ ਬੜਾ ਰਾਈਟਰ ਹਾਂ, ਮੇਰੀਆਂ ਪੋਇਮਸ ਇੰਨੀਆਂ ਫੇਮਸ ਹੁੰਦੀਆਂ ਨੇ, ਮੇਰੇ ਸੌਂਗ ਇੰਨੇ ਫੇਮਸ ਹੋ ਜਾਂਦੇ ਨੇ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਮੈਂ। ਅਤੇ ਮੇਰੇ ਸੌਂਗ ਨੇ ਜਿਹੜੇ ਉਹ ਇਸ ਹੱਦ ਤੱਕ ਫੇਮਸ ਹੋ ਜਾਂਦੇ ਨੇ ਵੀ ਲੋਕ ਉਹ 'ਤੇ ਨੱਚਣ ਗਾਉਣ ਦੇ ਲਈ, ਝੂਮਣ ਦੇ ਲਈ, ਜਾਂ ਉਹਨਾਂ ਨੂੰ ਪਿਆਰ ਕਰਦੇ ਨੇ ਮੇਰੇ ਗੀਤਾਂ ਨੂੰ। ਪਰ ਫਿਰ ਰਾਈਟਰ ਕਹਿੰਦਾ ਵੀ ਜਦੋਂ ਮੈਨੂੰ ਪ੍ਰਾਊਡ ਫੀਲ ਹੁੰਦਾ ਸੀ ਵੀ ਮੈਂ ਇੰਨਾ ਬੜਾ ਰਾਈਟਰ ਹਾਂ, ਇੰਨਾ ਵੱਡਾ ਰਾਈਟਰ ਹਾਂ ਮੈਂ, ਤਾਂ ਕਹਿੰਦੇ ਫਿਰ ਜਦੋਂ ਮੈਨੂੰ ਨੌਲੇਜ ਮਿਲੀ ਤਾਂ ਫਿਰ ਮੈਨੇ ਰਿਅਲਾਈਜ਼ ਕੀਤਾ ਵੀ ਮੈਂ ਤਾਂ ਖੁਦ ਇੱਕ ਸੌਂਗ ਆ, ਖੁਦ ਇੱਕ ਸੌਂਗ ਆ ਜਿਹਨੂੰ ਪਰਮਾਤਮਾ ਨੇ ਲਿਖਿਆ ਹੈ, ਠੀਕ ਹੈ। ਮੇਰੀ ਜ਼ਿੰਦਗੀ ਵੀ ਇੱਕ ਗੀਤ ਦੀ ਤਰ੍ਹਾਂ ਹੈ ਜਿਹੜੀ ਪਰਮਾਤਮਾ ਨੇ ਲਿਖੀ ਆ, ਅਤੇ ਮੈਂ ਇੱਕ ਬਹੁਤ ਬੜਾ ਗੀਤਕਾਰ ਨਹੀਂ। ਅਗਰ ਉਹ ਗੀਤ ਦਾ ਲਿਖਣ ਦਾ ਟੈਲੈਂਟ ਵੀ ਮੇਰੇ ਅੰਦਰ ਪਾਇਆ ਗਿਆ ਤਾਂ ਉਹ ਕਿਹਦੇ ਵੱਲੋਂ ਪਾਇਆ ਗਿਆ? ਪਰਮਾਤਮਾ ਦੀ ਤਰਫ ਤੋਂ ਪਾਇਆ ਗਿਆ। ਥਰਡ ਸਟੈਂਜੇ ਦੇ ਵਿੱਚ ਉਹ ਕੀ ਡਿਸਕਸ ਕਰਦੇ ਆ? ਥਰਡ ਸਟੈਂਜੇ ਦੇ ਵਿੱਚ ਉਹ ਕਹਿੰਦੇ ਵੀ ਮੈਂ ਆਪਣੇ ਆਪ ਨੂੰ ਮੰਨਦਾ ਸੀ ਵੀ ਮੇਰੇ 'ਚ ਬਹੁਤ ਤਾਕਤ ਹੈ, ਮੈਂ ਸਵੋਰਡ ਮੇਕਰ ਆ, ਤਲਵਾਰਾਂ ਬਣਾਉਣ ਵਾਲਾ ਹੈ, ਔਰ ਮੇਰੀਆਂ ਤਲਵਾਰਾਂ ਇੰਨੀਆਂ ਫੇਮਸ ਹੁੰਦੀਆਂ ਨੇ, ਇੰਨੀਆਂ ਜ਼ਿਆਦਾ ਚਮਕਦਾਰ ਨੇ, ਇੰਨੀ ਜ਼ਿਆਦਾ ਉਹਨਾਂ ਦੀ ਧਾਰ ਤੇਜ਼ ਹੁੰਦੀ ਆ ਕਿ ਦੁਸ਼ਮਣ ਲੜਾਈ ਦੇ ਮੈਦਾਨ ਦੇ ਵਿੱਚ ਸਿਰਫ ਉਹਨਾਂ ਤਲਵਾਰਾਂ ਦੀ ਚਮਕ ਨੂੰ ਦੇਖ ਕੇ ਡਰ ਜਾਂਦੇ ਨੇ। ਪਰ ਕਹਿੰਦੇ ਵੀ ਫਿਰ ਉਹੀ ਚੀਜ਼ ਆ ਗਈ ਵੀ ਇਹ ਉਦੋਂ ਦੀਆਂ ਗੱਲਾਂ ਨੇ ਜਦੋਂ ਮੈਨੂੰ ਨੌਲੇਜ ਨਹੀਂ ਸੀ ਮਿਲੀ, ਜਦੋਂ ਮੇਰੇ ਅੰਦਰ ਪ੍ਰਾਊਡ ਸੀ। ਜਦੋਂ ਮੈਨੂੰ ਨੌਲੇਜ ਮਿਲ ਗਈ ਫਿਰ ਮੈਨੇ ਕਿਸ ਗੱਲ ਦੀ ਰਿਅਲਾਈਜ਼ੇਸ਼ਨ ਕਰ ਲਈ ਵੀ ਮੈਂ ਤਾਂ ਸਿਰਫ ਇੱਕ ਕੀ ਆ? ਸਵੋਰਡ ਆ, ਇੱਕ ਤਲਵਾਰ ਆ। ਕਿਉਂਕਿ ਅਗਰ ਜਿਹੜਾ ਦੁਸ਼ਮਣ ਹੈ ਅਗਰ ਡਰਦਾ ਹੈ ਤਾਂ ਤਲਵਾਰ ਤੋਂ ਡਰਦਾ, ਤਲਵਾਰ ਬਣਾਉਣ ਵਾਲੇ ਤੋਂ ਨਹੀਂ ਡਰਦਾ। ਤਾਂ ਕਹਿੰਦੇ ਮੈਂ ਕੀ ਚੀਜ਼ ਸੋਚੀ? ਮੈਂ ਖੁਦ ਰੱਬ ਦੀ ਬਣਾਈ ਗਈ ਇੱਕ ਕੀ ਆ? ਤਲਵਾਰ ਆ। ਅਤੇ ਨੈਕਸਟ ਸਟੈਂਜਾ, ਲਾਸਟ ਸਟੈਂਜਾ ਦੇ ਵਿੱਚ ਉਹ ਕੀ ਡਿਸਕਸ ਕਰਦੇ ਆ, ਕੀ ਗੱਲ ਕਹਿੰਦੇ ਆ? ਦੈਟ ਕਿ ਮੈਂ ਆਪਣੇ ਆਪ ਨੂੰ ਡਰੀਮਰ ਮੰਨਦਾ ਸੀ। ਡਰੀਮਰ ਮੰਨਦਾ ਮਤਲਬ ਮੈਂ ਆਪਣੇ ਘਮੰਡ ਦੇ ਵਿੱਚ ਸੋਚਦਾ ਵੀ ਮੈਂ ਬਹੁਤ ਬੜਾ ਮਤਲਬ ਕਹਿ ਲਓ ਬਹੁਤ ਬੜੇ ਕੰਮ ਕਰ ਦੂੰਗਾ, ਜਾਂ ਜਿਵੇਂ ਹੁਣ ਨੋਰਮਲੀ ਲੋਕਾਂ ਦੀ ਮੈਂਟੈਲਿਟੀ ਹੁੰਦੀ ਹੈ ਨਾ, ਪ੍ਰਾਊਡ ਫੀਲ ਕਰਦੇ ਆਪਣੇ ਆਪ 'ਤੇ ਕਿ ਮੈਂ ਆਹ ਕਰ ਦੂੰ, ਮੈਂ ਆਹ ਕਰ ਦੂੰ, ਮੈਂ ਤਾਂ ਬਹੁਤ ਬੜਾ, ਮੇਰੇ 'ਚ ਰੁਤਬਾ ਇੰਨਾ, ਹੈ ਨਾ, ਰੁਤਬੇ ਦਾ ਘਮੰਡ ਹੋਣਾ ਜਿਵੇਂ। ਤਾਂ ਕਹਿੰਦੇ ਵੀ ਫਿਰ ਮੈਨੂੰ ਇਸ ਗੱਲ ਦੀ ਰਿਅਲਾਈਜ਼ੇਸ਼ਨ ਹੋ ਗਈ ਜਦੋਂ ਮੈਨੂੰ ਨੌਲੇਜ ਮਿਲੀ ਵੀ ਮੈਂ ਤਾਂ ਕੁਛ ਵੀ ਨਹੀਂ, ਮੈਂ ਤਾਂ ਸਿੰਪਲ ਕੀ ਹਾਂ? ਇੱਕ ਡਰੀਮ ਆ। ਉਹ ਡਰੀਮ, ਮੇਰਾ ਰੁਤਬਾ ਕੀ ਆ? ਮੇਰੇ ਰੁਤਬੇ ਨਾਲੋਂ ਤਾਂ ਪਰਮਾਤਮਾ ਦਾ ਰੁਤਬਾ ਕਿਤੇ ਉੱਪਰ ਹੈ, ਠੀਕ ਹੈ। ਤਾਂ ਮੇਰਾ ਰੁਤਬਾ ਕੀ ਹੈ? ਮੇਰਾ ਰੁਤਬਾ ਕੁਛ ਵੀ ਨਹੀਂ, ਮੈਂ ਤਾਂ ਖੁਦ ਇੱਕ ਸਪਨਾ। ਇਹ ਨਹੀਂ ਪਤਾ ਵੀ ਉਹ ਸਪਨਾ ਜਿਹੜਾ ਕਦ ਟੁੱਟ ਜਾਵੇ। ਤਾਂ ਮੈਂ ਖੁਦ ਸਪਨਾ ਕਿਸੇ ਟਾਈਮ ਦੇ ਵਿੱਚ ਜਦੋਂ ਮੈਨੂੰ ਆਪਣੇ ਆਪ 'ਤੇ ਬਹੁਤ ਘਮੰਡ ਸੀ, ਮੈਨੂੰ ਆਪਣੀ ਪੋਜੀਸ਼ਨ 'ਤੇ ਬਹੁਤ ਘਮੰਡ ਸੀ, ਮੈਨੂੰ ਆਪਣੇ ਸੁਪਨਿਆਂ 'ਤੇ ਬਹੁਤ ਘਮੰਡ ਸੀ ਵੀ ਮੈਂ ਪਤਾ ਨਹੀਂ ਕੀ ਆ। ਤਾਂ ਕਹਿੰਦੇ ਪਰ ਹੁਣ ਮੈਨੂੰ ਕਿਸ ਚੀਜ਼ ਦੀ ਰਿਅਲਾਈਜ਼ੇਸ਼ਨ ਹੋ ਗਈ? ਹੁਣ ਮੈਨੂੰ ਰਿਅਲਾਈਜ਼ੇਸ਼ਨ ਹੋ ਗਈ ਵੀ ਮੈਂ ਤਾਂ ਇੱਕ ਮੀਅਰ ਡਰੀਮ ਆ। ਡਰੀਮਰ ਤਾਂ ਕੌਣ ਹੈ? ਡਰੀਮਰ ਤਾਂ ਉਹ ਆ ਜਿਹਨੇ ਮੈਨੂੰ ਖੁਦ ਬਣਾਇਆ, ਮੇਰਾ ਕ੍ਰੀਏਟਰ, ਠੀਕ ਹੈ। ਤਾਂ ਇਹ ਆਪਣੀ ਪੋਇਮ ਹੈ। ਇਹਦੇ ਵਿੱਚ ਮੇਨਲੀ ਕਿਹੜੀ ਚੀਜ਼ਾਂ ਡਿਸਕਸ ਹੋ ਗਈਆਂ ਉਹ ਤੁਹਾਨੂੰ ਸਾਰੀਆਂ ਆਪਾਂ ਕਰ ਚੁੱਕੇ ਹਾਂ। The poet talks about arrogance in human beings which does not allow one to appreciate the power of God। ਤਾਂ ਹੁਣ ਇਹ ਚੀਜ਼ ਇਹਦੇ ਵਿੱਚ ਬਹੁਤ ਇੰਪੋਰਟੈਂਟ ਹੈ ਕਿ ਪੋਇਟ ਐਰੋਗੈਂਸ ਦੀ ਗੱਲ ਕਰਦਾ। ਐਰੋਗੈਂਸ ਮੀਨਸ ਹੰਕਾਰ,
ਠੀਕ ਹੈ, ਜਾਂ ਪ੍ਰਾਊਡ, ਜਾਂ ਜਿਵੇਂ ਹੁੰਦੀ ਹੈ ਮੈਂ ਵਾਲੀ ਭਾਵਨਾ, ਹੈ ਨਾ, ਮੈਂ ਹਉਮੈ ਵਾਲੀ ਭਾਵਨਾ, ਕਿ ਇਨਸਾਨ ਦੇ ਵਿੱਚ ਉਹ ਭਾਵਨਾ ਇੰਨੀ ਜ਼ਿਆਦਾ ਵੱਧ ਚੁੱਕੀ ਆ ਵੀ ਉਹ ਭਾਵਨਾ ਹੀ ਹੈ ਜਿਹੜੀ ਇਨਸਾਨ ਨੂੰ ਅਲਾਉ ਨਹੀਂ ਕਰਦੀ ਪਰਮਾਤਮਾ ਦੀ ਪਾਵਰ ਨੂੰ ਐਪਰੀਸ਼ੀਏਟ ਕਰਨ ਦੀ। ਆਪਾਂ ਐਪਰੀਸ਼ੀਏਟ ਨਹੀਂ ਕਰ ਪਾਉਂਦੇ, ਆਪਾਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਨਹੀਂ ਹੁੰਦੇ, ਆਪਾਂ ਪਰਮਾਤਮਾ ਨੂੰ ਕਦੇ, ਮੈਨੂੰ ਲੱਗਦਾ ਵੀ ਤਰੀਕੇ ਦੇ ਨਾਲ ਕਦੇ ਥੈਂਕ ਯੂ ਵੀ ਨਹੀਂ ਬੋਲ ਪਾਉਂਦੇ ਆਪਣੇ ਜੋ ਵੀ ਆਪਾਂ ਨੂੰ ਅੱਜ ਤੱਕ ਮਿਲਿਆ। ਤਾਂ ਉਹਦਾ ਰੀਜ਼ਨ ਕੀ ਆ ਕਿ ਆਪਾਂ ਆਪਣੇ ਆਪ ਨੂੰ ਦਿਖਾਉਂਦੇ ਹਾਂ ਵੀ ਮੈਂ ਤਾਂ ਬਿਜ਼ੀ ਬਹੁਤ ਆ, ਜਾਂ ਮੇਰੇ ਕੋਲ ਪਾਵਰ ਬਹੁਤ ਆ, ਮੇਰੇ ਕੋਲ ਪੈਸਾ ਬਹੁਤ ਆ, ਆਪਣੇ ਕੋਲ ਟਾਈਮ ਹੀ ਨਹੀਂ ਹੁੰਦਾ। ਤਾਂ ਕਹਿੰਦੇ ਇਹ ਟਾਈਮ ਦਾ ਨਾ ਹੋਣਾ, ਰੱਬ ਦਾ ਸ਼ੁਕਰਗੁਜ਼ਾਰ ਨਾ ਹੋਣਾ, ਆਪਣੇ ਆਪ ਤੇ ਪ੍ਰਾਊਡ ਫੀਲ ਕਰਨਾ, ਇਹ ਸਾਰੀਆਂ ਨਿਸ਼ਾਨੀਆਂ ਨੇ ਐਰੋਗੈਂਸ ਦੀਆਂ। ਔਰ ਇਹ ਐਰੋਗੈਂਸ ਹੀ ਆ ਜਿਹੜੀ ਇਨਸਾਨ ਨੂੰ ਕੀ ਕਰਦੀ ਹੈਗੀ, ਪਰਮਾਤਮਾ ਤੋਂ ਦੂਰ ਲੈ ਕੇ ਜਾਂਦੀ ਹੈ। ਠੀਕ ਹੈ, ਇਸ ਕਰਕੇ ਇਨਸਾਨ ਦੇ ਲਈ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਨੈਸੈਸਰੀ ਆ ਟੂ ਐਪਰੀਸ਼ੀਏਟ ਦਾ ਪਾਵਰ ਆਫ ਗੋਡ। ਠੀਕ ਹੈ, ਪਾਵਰ ਆਫ ਗੋਡ, ਤਾਂ ਪਰਮਾਤਮਾ ਦੀ ਪਾਵਰ ਨੂੰ ਐਪਰੀਸ਼ੀਏਟ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਜਿੰਨਾ ਟਾਈਮ ਆਪਾਂ ਐਪਰੀਸ਼ੀਏਟ ਨਹੀਂ ਕਰਦੇ, ਆਪਾਂ ਚਾਹੇ ਦੁਨੀਆ ਦੀ ਸਾਰੀ ਰਿਚਿਜ਼ ਆਪਣੇ ਕੋਲ ਆ ਜਾਣ, ਆਪਾਂ ਮਤਲਬ ਜਿੰਨੇ ਮਰਜ਼ੀ ਅਮੀਰ ਹੋ ਜਾਈਏ, ਜਿੰਨੇ ਮਰਜ਼ੀ ਆਪਣੇ ਕੋਲ ਪਾਵਰ ਆ ਜਾਏ, ਜਾਂ ਜਿੰਨੇ ਮਰਜ਼ੀ ਆਪਣਾ ਰੁਤਬਾ ਬੜਾ ਹੋ ਜਾਵੇ, ਉਹਨਾਂ ਟਾਈਮ ਆਪਾਂ ਕਦੇ ਵੀ ਜਿਹੜੀ ਹੁੰਦੀ ਨਾ ਵੀ ਇੱਕ ਇੰਟਰਨਲ ਸੈਟਿਸਫੈਕਸ਼ਨ ਮਿਲਣੀ ਆਪਾਂ ਨੂੰ ਕਿਸੇ ਚੀਜ਼ ਤੋਂ ਵੀ, ਹਾਂ ਆਪਾਂ ਸੈਟਿਸਫਾਈਡ ਆ, ਉਹ ਜਿਹੜੀ ਅੰਦਰੂਨੀ ਸ਼ਾਂਤੀ ਆ ਉਹ ਸਿਰਫ ਉਦੋਂ ਹੀ ਮਿਲੂਗੀ ਜਦੋਂ ਆਪਾਂ ਟੋਟਲੀ ਸਰੈਂਡਰ ਕਰ ਦਾਂਗੇ ਆਪਣੇ ਆਪ ਨੂੰ ਪਰਮਾਤਮਾ ਦੇ ਅੱਗੇ। ਤੇ ਉਹ ਚੀਜ਼ ਦੀ ਆਪਣੇ ਕੋਲ ਘਾਟ ਹੈ, ਕਿਉਂਕਿ ਮਾਡਰਨ ਲਾਈਫ ਐਵੇਂ ਦੀ ਲਾਈਫ ਹੋ ਚੁੱਕੀ ਹੈ ਵੀ ਆਪਾਂ ਆਪਣੇ ਆਪ ਨੂੰ ਬਿਜ਼ੀ ਬਹੁਤ ਕਰ ਲਿਆ, ਕੋਈ ਕਿਸੇ ਕੰਮ ਦੇ ਵਿੱਚ ਬਿਜ਼ੀ ਆ, ਕੋਈ ਕਿਸੇ ਕੰਮ ਦੇ ਵਿੱਚ ਬਿਜ਼ੀ ਆ, ਔਰ ਇਸੇ ਵਜ੍ਹਾ ਕਰਕੇ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਆਪਾਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋ ਸਕੀਏ ਜਾਂ ਉਹਦੇ ਅੱਗੇ ਝੁਕ ਸਕੀਏ। ਜਿੰਨਾ ਟਾਈਮ ਝੁਕਦੇ ਨਹੀਂ ਓਨਾ ਟਾਈਮ ਕੀ ਨਹੀਂ ਹੋ ਸਕਦਾ, ਓਨਾ ਟਾਈਮ ਆਪਣਾ ਇੱਕ ਜਿਹੜੀ ਇੰਟਰਨਲ ਹੈਪੀਨੈਸ ਆ ਉਹ ਆਪਾਂ ਨੂੰ ਨਹੀਂ ਮਿਲਦੀ। ਤਾਂ ਚਲੋ ਅੱਜ ਦੀ ਵੀਡੀਓ 'ਚ ਫਿਲਹਾਲ ਇੰਨਾ ਹੀ, ਨੈਕਸਟ ਟੌਪਿਕ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ।